ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਮ ਕੀ ਵਸਤੂ ਹੈ, ਜਿਸ ਬਾਰੇ ਸੋਢੀ ਹਰਭਜਨ ਸਿੰਘ ਜੀ ਨੇ ਆਪਣੀ ਪੁਸਤਕ ਦੇ ਵਿੱਚ ਅੰਕਿਤ ਕੀਤਾ ਹੈ ਕਿ ਸੰਸਾਰ ਭਰ ਵਿੱਚ ਜਿੰਨੇ ਵੀ ਇਨਸਾਨ ਹਨ ਉਹਨਾਂ ਦਾ ਕੋਈ ਨਾ ਕੋਈ ਨਾਮ ਜ਼ਰੂਰ ਹੈ। ਜਦ ਵੀ ਕਿਸੇ ਨੇ ਉਸ ਬੰਦੇ ਨੂੰ ਬੁਲਾਉਣਾ ਹੋਵੇ ਤਾਂ ਉਸ ਦਾ ਨਾਮ ਲੈ ਕੇ ਆਵਾਜ਼ ਦੇਣੀ ਪੈਂਦੀ ਹੈ, ਅਤੇ ਜਦ ਕਦੇ ਉਸ ਦੀ ਗੈਰ ਹਾਜ਼ਰੀ ਦੇ ਵਿੱਚ ਉਸ ਬਾਰੇ ਕੁਝ ਦੱਸਣਾ ਹੋਵੇ ਤਾਂ ਉਸ ਦਾ ਨਾਮ ਸੁਣਨ ਵਾਲਾ ਅਤੇ ਦੱਸਣ ਵਾਲਾ ਦੋਵੇਂ ਹੀ ਇੱਕਦਮ ਉਸ ਦੇ ਗੁਣ ਅਵਗੁਣ ਰੰਗ ਰੂਪ ਵਿਚਾਰਾਂ ਨੂੰ ਆਪਣੇ ਸਾਹਮਣੇ ਲੈ ਆਉਂਦੇ ਨੇ। ਦੂਸਰੇ ਲਫ਼ਜ਼ਾਂ ਦੇ ਵਿੱਚ ਨਾਮ ਲੈਂਦਿਆਂ ਸਾਰ ਨਾਮੀ ਚੇਤਿਆ ਜਾਂਦਾ ਹੈ। ਸੋ ਸਪਸ਼ਟ ਹੋ ਗਿਆ ਕਿ ਨਾਮ ਅਤੇ ਨਾਮੀ ਇੱਕ ਹੀ ਹੁੰਦੇ ਹਨ। ਇਹ ਸੰਸਾਰੀ ਨਾਮ ਚਾਰ ਪ੍ਰਕਾਰ ਦੇ ਹੁੰਦੇ ਹਨ। ਪਿਤਰੀ ਨਾਮ ਜੋ ਉਸ ਦੇ ਪਿਤਾ ਪਿਤਾ ਰੱਖਦੇ ਨੇ, ਜਿਵੇਂ ਹਰਨਾਮ ਸਿੰਘ। ਗੋਤੀ ਨਾਮ ਜੋ ਕਿਸੇ ਦੀ ਜਾਤ ਜਾਂ ਗੋਤ ਨਾਲ ਜੋੜੇ ਹੋਣ, ਜਿਵੇਂ ਪੱਲਾ, ਬਰਾੜ ਆਦਿ। ਕਿਰਤਮ ਨਾਮ ਜਿਸ ਤਰ੍ਹਾਂ ਦਾ ਕੋਈ ਕੰਮ ਕਰਦਾ ਹੋਵੇ, ਲੁਹਾਰ, ਰਾਗੀ, ਦਰਜੀ ਆਦਿ। ਸਿਫਾਤੀ ਨਾਮ ਜੋ ਗੁਣਾ ਕਰਕੇ ਹੋਵੇ, ਜਿਵੇਂ ਗਿਆਨੀ, ਮੋਟਾ, ਅਨਾ ਆਦਿ। ਵੇਖਣ ਦੇ ਵਿੱਚ ਆਇਆ ਹੈ ਕਿ ਕਈ ਬੰਦੇ ਆਪਣੇ ਪਿਤਰੀ ਨਾਮ ਦੇ ਨਾਲ ਬੁਲਾਏ ਜਾਣ ਤਾਂ ਖੁਸ਼ ਹੁੰਦੇ ਨੇ, ਅਤੇ ਕਈ ਗੋਤੀ ਨਾਮ ਨੂੰ ਸੁਣ ਕੇ ਵੀ ਪ੍ਰਸੰਨ ਹੁੰਦੇ ਨੇ। ਫਿਰ ਉਹ ਵੀ ਹਨ ਜੋ ਆਪਣੇ ਕਿਰਤਮ ਨਾਮ ਨੂੰ ਚੰਗਾ ਸਮਝਦੇ ਨੇ, ਅਤੇ ਇਸੇ ਤਰ੍ਹਾਂ ਕਈ ਆਪਣੇ ਸਿਫਾਤੀ ਨਾਮ ਦੇ ਨਾਲ ਫੁੱਲੇ ਨਹੀਂ ਸਮਾਉਂਦੇ। ਹੁਣ ਸਾਧਾਰਨ ਬੰਦੇ ਨੂੰ ਕੀ ਪਤਾ ਹੁੰਦਾ ਹੈ ਕਿ ਅਮਕਾ ਬੰਦਾ ਇਹਨਾਂ ਚੌਹਾਂ ਨਾਮਾਂ ਵਿੱਚੋਂ ਕਿਸੇ ਨੂੰ ਪਸੰਦ ਕਰਦਾ ਹੈ। ਕਈ ਨੂੰ ਜੇਕਰ ਗਿਆਨੀ ਜੀ ਆ ਕੇ ਬੁਲਾਇਆ ਜਾਵੇ ਤਾਂ ਉਹ ਖੁਸ਼ ਹੋ ਜਾਂਦੇ ਨੇ, ਅਤੇ ਕਈ ਸੜ ਬੜ ਜਾਂਦੇ ਨੇ। ਸੋ ਇਸ ਗੱਲ ਨੂੰ ਕੇਵਲ ਉਹ ਹੀ ਜਾਣਦਾ ਹੁੰਦਾ ਹੈ ਜੋ ਉਸ ਦੇ ਬਹੁਤ ਨਜ਼ਦੀਕ ਹੋਵੇ, ਜਾਂ ਜਿਸ ਦੇ ਪ੍ਰਤਾਲਿਆ ਹੋਵੇ ਕਿ ਫਲਾਣਾ ਕਿਹੜੇ ਨਾਮ ਨੂੰ ਬਾਕੀਆਂ ਨਾਲੋਂ ਖੁਸ਼ੀ ਨਾਲ ਕਬੂਲਦਾ ਹੈ ਅਤੇ ਅੱਗੋਂ ਪ੍ਰੇਮ ਦੇ ਨਾਲ ਮਿਲਦਾ ਹੈ। ਸੋਢੀ ਹਰਭਜਨ ਸਿੰਘ ਜੀ ਅੱਗੇ ਦੱਸਦੇ ਨੇ ਕਿ ਗੁਰਬਾਣੀ ਅੰਦਰ ਅਕਾਲ ਪੁਰਖ ਨੂੰ ਕਈਆਂ ਨਾਮਾਂ ਦੇ ਨਾਲ ਪੁਕਾਰਿਆ ਗਿਆ ਹੈ, ਪਰ ਖਾਸ ਕਰਕੇ ਚੌਹਾਂ ਨੂੰ ਮਹੱਤਤਾ ਦਿੱਤੀ ਗਈ ਹੈ। ਬਚਨ ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾ ਵੈਗੋ। ਸ਼ਬਦ ਗੁਰ ਪੀਰਾ, ਗਹਿਰ ਗੰਭੀਰਾ, ਬਿਨ ਸ਼ਬਦੈ ਜਗ ਬਹੁਰਾਨਗ। ਨਾਮ ਬਲਿਹਾਰੀ ਜਾਓ ਜੇਤੇ ਤੇਰੇ ਨਾਮ ਹੈ, ਗੁਰਮੰਤਰ ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਕੋਈ। ਇਸੇ ਤਰ੍ਹਾਂ ਅਕਾਲ ਪੁਰਖ ਨੂੰ ਅਸਾਂ ਉਸੇ ਨਾਮ ਦੇ ਨਾਲ ਯਾਦ ਕਰਨਾ ਹੈ ਜਿਸ ਨੂੰ ਉਸ ਦੇ ਅੰਗ ਸੰਗ ਰਹਿਣ ਵਾਲਾ ਸਾਡਾ ਗੁਰੂ ਦੱਸੇ, ਕਿਉਂਕਿ ਉਸਨੇ ਇਹ ਨਿਤਾਰਾ ਕਰ ਲਿਆ ਹੁੰਦਾ ਹੈ ਅਤੇ ਸਾਨੂੰ ਉਸੇ ਸੇਧ ਚੱਲਣਾ ਹੁੰਦਾ ਹੈ ਤਾਂ ਕਿ ਸਾਨੂੰ ਉਸ ਅਕਾਲ ਪੁਰਖ ਦੀ ਪ੍ਰਾਪਤੀ ਹੋ ਜਾਵੇ ਅਤੇ ਸਾਡੇ ਨਾਲ ਉਹ ਪਿਆਰ ਕਰੇ। ਗੁਰੂ ਜੋ ਸਾਫ ਨਾਮ ਦਿੰਦਾ ਹੈ ਉਸ ਨੂੰ ਗੁਰਮੰਤਰ ਕਿਹਾ ਜਾਂਦਾ ਹੈ, ਅਤੇ ਜੋ ਗੁਰੂ ਵਾਲੇ ਨਹੀਂ ਹਨ ਉਹ ਨਿਗੁਰੇ ਹਨ। ਉਹਨਾਂ ਦਾ ਭਜਨ ਕੀਤਾ ਹੋਇਆ ਨਿਸਫਲ ਹੈ, ਉਹ ਕਦਾਚਿਤ ਵੀ ਕੁਝ ਪ੍ਰਾਪਤ ਨਹੀਂ ਕਰ ਸਕਦੇ। ਜਿਵੇਂ ਕਲਰ ਜ਼ਮੀਨ ਵਿੱਚ ਬੀਜ ਕਦੇ ਨਹੀਂ ਉੱਗਦਾ, ਤਿਵੇਂ ਉਹਨਾਂ ਦੀ ਮਿਹਨਤ ਨਿਸਫਲ ਜਾਂਦੀ ਹੈ। ਕਲਰ ਬੀਜਸ ਦੁਰਮਦ ਐਸੀ, ਇਹ ਨਗੁਰੇ ਕੀ ਨਿਸ਼ਾਨੀ। ਸੋ ਗੁਰੂ ਵਾਲੇ ਬਣ ਕੇ ਗੁਰੂ ਪਾਸੋਂ ਹੀ ਸਿੱਖ ਨੇ ਗੁਰਮੰਤਰ ਲੈਣਾ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਇਹ ਫਰਮਾਨ ਹੈ, ਗੁਰਮੰਤਰ ਹੀਣਸ ਜੋ ਪ੍ਰਾਣੀ ਤ੍ਰਿਗੰਤ ਜਨਮ ਪ੍ਰਸ਼ਟਣੈ, ਕੂਕ ਰਹਿ ਸੂਕ ਰਹਿ ਗਰਤ ਹਵੈ, ਕਕ ਹੈ ਸਰਪਨੈ ਤੁਲ ਖਲੈ। ਇਸ ਦਾ ਮਤਲਬ ਇਹ ਹੈ ਕਿ ਜਿਹੜੇ ਬੰਦੇ ਗੁਰਮੰਤਰ ਤੋਂ ਸੱਖਣੇ ਨੇ, ਭਾਵ ਜੋ ਗੁਰੂ ਵਾਲੇ ਨਹੀਂ ਬਣੇ ਅਤੇ ਉਸ ਤੋਂ ਗੁਰਮੰਤਰ ਨਹੀਂ ਲਿਆ, ਉਹਨਾਂ ਦੇ ਜਨਮ 'ਤੇ ਤਰਕਾਰ ਹੈ ਅਤੇ ਉਹ ਭ੍ਰਿਸ਼ਟ ਹਨ, ਉਹ ਕੁੱਤੇ, ਉਹ ਸੂਅਰ ਨੇ, ਖੋਤੇ ਨੇ, ਕਾਂ, ਸੱਪ ਆਦਿ ਜੂਨਾਂ ਵਾਂਗ ਮੂਰਖ ਨੇ। ਇਹ ਗੁਰਮੰਤਰ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤੱਕ ਸਤਿਗੁਰਾਂ ਦੇ ਚਰਨ ਧੋ ਕੇ ਸਿੱਖਾਂ ਨੂੰ ਜਲ ਪਿਲਾਇਆ ਜਾਂਦਾ ਸੀ, ਅਤੇ ਉਸ ਨੂੰ ਚਰਨ ਪਾਹੁਲ ਕਹਿੰਦੇ ਸਨ। ਪਿੱਛੋਂ ਉਹਨਾਂ ਨੂੰ ਕੰਨਾਂ ਦੇ ਵਿੱਚ ਗੁਰਮੰਤਰ ਦਿੱਤਾ ਜਾਂਦਾ ਸੀ। ਭਾਈ ਗੁਰਦਾਸ ਜੀ ਦਾ ਫਰਮਾਨ ਹੈ, ਚਰਨ ਧੋਏ ਰਹਿਰਾਸ ਕਰ, ਚਰਣਾ ਅੰਮ੍ਰਿਤ ਸਿੱਖਾਂ ਪਿਲਾਇਆ। ਅਤੇ ਸ਼੍ਰੀ ਗੁਰੂ ਰਾਮਦਾਸ ਜੀ ਦਾ ਫਰਮਾਨ ਹੈ, ਮਨੈ ਪ੍ਰਗਾਸ ਭਇਓ ਭੰਮ ਨਾਸਿਓ, ਮੰਤਰ ਦਿਓ ਗੁਰ ਕਹਾਨ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਮਰਿਆਦਾ ਨੂੰ ਬਿਲਕੁਲ ਬਦਲ ਦਿੱਤਾ ਸੀ। ਉਹਨਾਂ ਸੰਮਤ 1756 ਦੀ ਵਿਸਾਖੀ ਵਾਲੇ ਦਿਨ ਚਰਨ ਪਾਹੁਲ ਨੂੰ ਖਾਂਡੇ ਦੀ ਪਾਹੁਲ ਬਣਾ ਦਿੱਤਾ ਅਤੇ ਕੰਨਾਂ ਵਾਲੇ ਗੁਰਮੰਤਰ ਨੂੰ ਪ੍ਰਗਟ ਕਰ ਦਿੱਤਾ। ਇਸ ਖੰਡੇ ਦੀ ਪਾਹੁਲ ਬਾਰੇ ਦੂਜੇ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਦੱਸਿਆ ਹੈ, ਪੀਓ ਪਾਹੁਲ ਖੰਡ ਤਾਰ ਹੋਏ ਜਨਮ ਸੁਹੇਲਾ। ਅਤੇ ਕਲਗੀਧਰ ਜੀ ਦਾ ਫਰਮਾਨ ਇੱਥੋਂ ਤੱਕ ਹੈ ਕਿ ਤਰੇ ਕੇਸ ਪਾਹੁਲ ਬਿਨ ਭੇਖੀ ਮੂਰਖ ਸਿੱਖ, ਮੇਰਾ ਦਰਸ਼ਨ ਨਾਹੇ ਤਿਸ ਪਾਪੀ ਤਿਆਗਿਆ ਬਿਖ। ਖੰਡੇ ਦੀ ਪਾਹੁਲ ਲੈਣ ਨੂੰ ਅੰਮ੍ਰਿਤ ਛਕਣਾ ਵੀ ਆਖਿਆ ਜਾਂਦਾ ਹੈ, ਅਤੇ ਅੰਮ੍ਰਿਤ ਨੂੰ ਨਾਮ ਲੈਣਾ ਅਤੇ ਸਾਰੀ ਕਿਰਿਆ ਨੂੰ ਕਈ ਅੰਮ੍ਰਿਤ ਸੰਚਾਰ ਵੀ ਸਾਦੇ ਨੇ। ਪਿੱਛੇ ਦੱਸਿਆ ਗਿਆ ਹੈ ਕਿ ਨਾਮ ਅਤੇ ਨਾਮੀ ਇੱਕ ਹੁੰਦੇ ਨੇ, ਤਦੇ ਤਾਂ ਫਰਮਾਨ ਹੈ, ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਮੰਡ, ਨਾਮ ਕੇ ਤਾਰੇ ਸਿਮਰਤ ਵੇਦ ਪੁਰਾਨ, ਨਾਮ ਕੇ ਤਾਰੇ ਸੁਨਨ ਗਿਆਨ ਧਿਆਨ, ਜੇਤਾ ਕੀਤਾ ਤੇਤਾ ਨਾਮ ਬਿਨ ਨਾਮੈ ਨਾਹੀ ਕੋ ਥਾਉ। ਇਹ ਨਾਮ ਹੀ ਬਚਨ ਹੈ ਅਤੇ ਇਹ ਨਾਮ ਸ਼ਬਦ ਵੀ ਹੈ। ਇਹ ਸਾਡੇ ਪ੍ਰਾਣਾਂ ਦੇ ਵਿੱਚ ਵਸਦਾ ਹੈ। ਏਕ ਸ਼ਬਦ ਮੇਰਾ ਪ੍ਰਾਣ ਬਸਦਾ ਹੈ, ਬਾਹੁੜ ਜਨਮ ਨਾ ਆਵਾ। ਭਾਵੇਂ ਪ੍ਰਾਣਾਂ ਵਿੱਚ ਵਸਦਾ ਹੈ, ਪਰ ਸੁਣਦਾ ਕੇਵਲ ਉਸ ਨੂੰ ਹੈ ਜੋ ਗੁਰੂ ਵਾਲਾ ਬਣ ਕੇ ਸੁਣਨ ਦਾ ਯਤਨ ਕਰੇ। ਮਾਇਆਧਾਰੀ ਮਾਇਆ ਦੇ ਨਾਲ ਪ੍ਰੇਮ ਕਰਨ ਵਾਲਾ
ਆਪਣੇ ਹੰਕਾਰ ਕਰਕੇ ਬੋਲਾ ਹੋ ਗਿਆ ਹੁੰਦਾ ਹੈ ਤੇ ਡੋਰੇ ਨੂੰ ਕਈ ਸ਼ਬਦ ਨਹੀਂ ਸੁਣਦਾ, ਕਿਉਂਕਿ ਉਸ ਦਾ ਮਨ ਹਰ ਵੇਲੇ ਮਾਇਆ ਨੂੰ ਹੀ ਲੋਚਦਾ ਹੈ, ਪ੍ਰਭੂ ਨੂੰ ਨਹੀਂ। ਇਹ ਸ਼ਬਦ ਸਭ ਦਾ ਸਾਂਝਾ ਹੈ, ਯੂਨੀਵਰਸਲ ਹੈ। ਸੰਸਾਰ ਵਿੱਚ ਜਿੰਨੇ ਵੀ ਮਜ਼ਹਬ ਹਨ, ਸਭ ਦਾ ਸ਼ਬਦ ਇੱਕ ਹੀ ਹੈ, ਭਾਵੇਂ ਉਸ ਦੇ ਅੱਖਰ ਵੱਖੋ ਵੱਖਰੇ ਹੋਣ। ਸਾਂਝੀਵਾਲਤਾ ਇਸ ਗੱਲ ਤੋਂ ਪ੍ਰਗਟ ਹੁੰਦੀ ਹੈ ਕਿ ਸਭਨਾਂ ਦਾ ਸ਼ਬਦ ਨਾਮ 4 ਅੱਖਰਾਂ ਵਾਲਾ ਹੈ। ਅੱਖਰ ਭਾਵੇਂ ਹੋਰ ਪਰ ਧੁਨ ਤਾਂ ਇੱਕ ਹੀ ਹੈ। ਇਹ ਗੱਲ ਹੇਣ ਦਿੱਤੀ ਵਾਰਤਾ ਤੋਂ ਵਧੇਰੇ ਸਪਸ਼ਟ ਹੋ ਜਾਵੇਗੀ। ਸੋਢੀ ਹਰਭਜਨ ਸਿੰਘ ਜੀ ਨੇ ਅੱਗੇ ਇਹ ਦੱਸਿਆ ਹੈ ਕਿ ਇੱਕ ਵਾਰ ਵੱਖੋ ਵੱਖਰੇ ਕਿੱਤੇ ਕੰਮ ਕਰਨ ਵਾਲੇ ਕੁਝ ਬੰਦੇ ਜੰਗਲ ਦੇ ਵਿੱਚ ਜਾ ਰਹੇ ਸਨ ਤਾਂ ਇੱਕ ਤਿੱਤਰ ਬੋਲਦਾ ਸੁਣਾਈ ਦਿੱਤਾ। ਉਹ ਤਾਂ ਆਪਣੀ ਬੋਲੀ ਬੋਲ ਰਿਹਾ ਸੀ, ਪਰ ਉਹਨਾਂ ਵਿੱਚੋਂ ਜੋ ਪੰਡਤ ਸੀ ਉਸ ਦੀ ਆਵਾਜ਼ ਸੁਣ ਕੇ ਕਹਿਣ ਲੱਗਾ ਕਿ ਭਰਾਵੋ, ਉਹ ਤਿੱਤਰ ਆਖ ਰਿਹਾ ਹੈ ਸੀਤਾ ਰਾਮ ਜਸਰਥ, ਸੀਤਾ ਰਾਮ ਜਸਰਥ। ਉਸ ਦਾ ਦੂਜਾ ਸਾਥੀ ਜੋ ਮਲਾਣਾ ਸੀ, ਉਹ ਪੰਡਤ ਦੀ ਗੱਲ ਕਿਵੇਂ ਮੰਨ ਸਕਦਾ ਸੀ। ਉਸਨੇ ਕਿਹਾ ਕਿ ਤੂੰ ਝੂਠਾ ਹੈ, ਇਹ ਤਾਂ ਬੋਲ ਰਿਹਾ ਹੈ ਸੁਬਾਨ ਤੇਰੀ ਕੁਦਰਤ, ਸੁਬਾਨ ਤੇਰੀ ਕੁਦਰਤ। ਤੀਜਾ ਜੋ ਕਸਾਈ ਸੀ, ਉਸਨੇ ਦੋਹਾਂ ਨੂੰ ਡਾਂਟਿਆ ਤੇ ਕਹਿਣ ਲੱਗਾ ਤੁਸੀਂ ਦੋਵੇਂ ਹੀ ਗਲਤ ਹੋ, ਇਹ ਤਾਂ ਬੋਲ ਰਿਹਾ ਹੈ ਸ੍ਰੀ ਖਰੋੜੋ ਢੱਕ ਰੱਖ, ਸ੍ਰੀ ਖਰੋੜੋ ਢੱਕ ਰੱਖ। ਭਲਾ ਭਲਵਾਨ ਜੋ ਉਹਨਾਂ ਦਾ ਚੌਥਾ ਸਾਥੀ ਸੀ, ਉਹ ਕਿਵੇਂ ਸਹਾਰ ਸਕਦਾ। ਹਰ ਕੋਈ ਆਪਣੇ ਮਤਲਬ ਦੀ ਗੱਲ ਦੂਜਿਆਂ 'ਤੇ ਠੂੰਸੀ ਜਾਵੇ। ਉਹ ਝੱਟ ਕੱਢ ਕੇ ਬੋਲਿਆ ਤੁਸੀਂ ਤਿੰਨੇ ਹੀ ਬਕਵਾਸ ਕਰਦੇ ਹੋ, ਇਹ ਤਾਂ ਪ੍ਰਤੱਖ ਬੋਲ ਰਿਹਾ ਹੈ ਖਾ ਘਿਓ ਤੇ ਕਰ ਕਸਰਤ, ਖਾ ਘਿਓ ਤੇ ਕਰ ਕਸਰਤ। ਉਹਨਾਂ ਦਾ ਪੰਜਵਾਂ ਸਾਥੀ ਬਾਣੀਆ ਸੀ, ਉਸਨੇ ਨਿਮਰਤਾ ਦੇ ਨਾਲ ਆਖਿਆ ਤੁਸੀਂ ਕਿਉਂ ਫਜ਼ੂਲ ਲੜਦੇ ਪਏ ਹੋ ਤੇ ਬਦੋ-ਬਦੀ ਆਪਣੀ ਗੱਲ ਮਨਵਾ ਰਹੇ ਹੋ। ਮੈਂ ਭਾਵੇਂ ਸਭਨਾਂ ਨਾਲੋਂ ਮਾੜਾ ਹਾਂ, ਪਰ ਸੱਚੀ ਗੱਲ ਕਹਿਣੋਂ ਨਹੀਂ ਰੁਕ ਸਕਦਾ ਕਿ ਤਿੱਤਰ ਤਾਂ ਸਾਫ਼ ਬੋਲ ਰਿਹਾ ਹੈ ਲੂਣ ਤੇਲ ਅਦਰਕ, ਲੂਣ ਤੇਲ ਅਦਰਕ। ਤੇ ਸੋਢੀ ਸਾਹਿਬ ਜੀ ਦੱਸਦੇ ਨੇ ਕਿ ਬਿਲਕੁਲ ਇਹੀ ਹਾਲ ਅੱਜ ਕੱਲ੍ਹ ਦੇ ਮਜ਼ਹਬਾਂ ਦਾ ਹੈ। ਹਰ ਕੋਈ ਆਪਣੇ ਨਾਮ ਨੂੰ ਸੱਚਾ ਤੇ ਦਰਗਾਹੀ ਮੰਨਦਾ ਹੈ ਤੇ ਦੂਜੇ ਨੂੰ ਮਲੇਛ ਜਾਂ ਕਾਫਰ ਕਹਿ ਕੇ ਸੱਦਦਾ ਹੈ। ਚਾਹੀਦਾ ਤਾਂ ਇਹ ਹੈ ਕਿ ਅਸੀਂ ਇੱਕ ਦੂਜੇ ਨੂੰ ਮਾਂ ਪਿਓ ਜਾਏ ਸਕੇ ਭਰਾ ਸਮਝੀਏ ਤੇ ਇੱਕ ਦੂਜੇ ਦੇ ਨਾਲ ਬੈਰ ਵਿਰੋਧ ਦੀ ਥਾਂ ਮੈਤਰੀ ਭਾਵ ਰੱਖੀਏ। ਪਰ ਸਾਡੇ ਪ੍ਰਚਾਰਕਾਂ ਨੂੰ ਪਤਾ ਹੈ ਕਿ ਉਹਨਾਂ ਦਾ ਹਲਵਾ ਮੰਡਾ ਨਫ਼ਰਤ ਫੈਲਾਉਣ ਦੇ ਨਾਲ ਹੀ ਚੱਲ ਸਕਦਾ ਹੈ, ਨਹੀਂ ਤਾਂ ਉਹਨਾਂ ਨੂੰ ਕਿਸੇ ਵੀ ਨਹੀਂ ਪੁੱਛਣਾ। ਸੱਚ ਤਾਂ ਇਹ ਹੈ ਕਿ ਏਕ ਪਿਤਾ ਏਕਸ ਕੇ ਹਮਬਾਰਕ ਤੂੰ ਮੇਰਾ ਗੁਰਹਾਈ। ਸ਼੍ਰੀ ਕ੍ਰਿਸ਼ਨ ਮਹਾਰਾਜ ਦੇ ਉਪਾਸਕ ਆਪਣੇ ਮੰਤਰ ਰਾਧੇ ਸ਼ਿਆਮ ਨੂੰ ਠੀਕ ਆਖਦੇ ਨੇ ਤੇ ਇਸ ਦਾ ਜਾਪ ਕਰਦੇ ਨੇ। ਸ਼੍ਰੀ ਰਾਮਚੰਦਰ ਜੀ ਦੇ ਪਿਆਰੇ ਸੀਤਾ ਰਾਮ ਦੇ ਮੰਤਰ ਨੂੰ ਸਹੀ ਕਹਿੰਦੇ ਨੇ। ਜਿਹੜੇ ਹਿੰਦੂ ਵੀਰ ਅਵਤਾਰਾਂ ਨੂੰ ਨਹੀਂ ਮੰਨਦੇ, ਉਹ ਆਪਣੇ ਮੰਤਰ ਨੂੰ ਸੱਚਾ ਆਖਦੇ ਨੇ ਤੇ ਉਹ ਹਰੀ ਓਮ ਤਤ ਸਤ ਕਹਿੰਦੇ ਨੇ। ਜੋਗੀ ਓਹੰ ਸੋਹੰ ਦੀ ਰੱਟ ਲਗਾਉਂਦੇ ਨੇ। ਮੁਸਲਮਾਨ ਵੀਰ ਅੱਲਾਹੁ ਅਕਬਰ ਦੇ ਜਾਪ ਨੂੰ ਅਸਲੀ ਇਬਾਦਤ ਸਮਝਦੇ ਨੇ ਤੇ ਈਸਾਈ ਭਰਾ ਵੀ ਜੋ ਜਾਪ ਕਰਦੇ ਨੇ ਉਹ ਪੈਟਰ ਨੋਸਟਰ ਐਵੇ ਮਾਰੀਆ ਹੈ। ਗੁਰੂ ਦੇ ਸਿੱਖ ਵੀ ਧੰਨ ਗੁਰੂ ਨਾਨਕ ਤੇ ਅੰਮ੍ਰਿਤ ਛਕ ਕੇ ਵਾਹਿਗੁਰੂ ਮੰਤਰ ਦਾ ਜਾਪ ਕਰਦੇ ਨੇ ਤੇ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਜਾਪ ਨੇ। ਪਰ ਵੇਖਣ ਵਾਲੀ ਅਸਲੀ ਗੱਲ ਇਹ ਹੈ ਕਿ ਸੰਸਾਰ ਭਰ ਦੇ ਮਜ਼ਹਬਾਂ ਦੇ ਜਿੰਨੇ ਵੀ ਨਾਮ ਨੇ ਉਹ ਸਾਰੇ 4 ਅੱਖਰਾਂ ਦੇ ਹਨ। ਉਹ ਮਜ਼ਹਬ ਹੀ ਨਹੀਂ ਹੋ ਸਕਦਾ ਜਿਸ ਦਾ ਕੋਈ ਜਾਪ ਨਾ ਹੋਵੇ। ਹਾਂ, ਉਹ ਮਨੋਰੰਜਨ ਦਾ ਸਾਧਨ ਹੋ ਸਕਦਾ ਹੈ ਤੇ ਸ਼ੈਤਾਨੀ ਮਤ ਅਖਵਾ ਸਕਦਾ ਹੈ, ਕਿਉਂਕਿ ਅਵਤਾਰ ਪੈਗੰਬਰ ਗੁਰੂ ਤਾਂ ਪ੍ਰਮਾਤਮਾ ਦੇ ਇਕੱਲੇ ਹੋਏ ਹੁੰਦੇ ਨੇ ਤੇ ਪਖੰਡੀ ਆਪਣਾ ਗੁਰੂਡਮ ਚਲਾਉਂਦੇ ਨੇ। ਉਹਨਾਂ ਨੂੰ ਤਾਂ ਆਪ ਕੁਝ ਪ੍ਰਾਪਤੀ ਹੁੰਦੀ ਹੈ ਤੇ ਚੇਲਿਆਂ ਨੂੰ ਉਹਨਾਂ ਕੀ ਦੱਸਣਾ ਹੋਇਆ ਹੈ। ਪ੍ਰਾਣਾਂ ਵਿੱਚ ਬਸਣ ਵਾਲਾ ਇਲਾਹੀ ਨਾਮ ਨਾਦ ਹੈ। ਜਦ ਕਿਸੇ ਪੈਗੰਬਰ ਨੂੰ ਅੰਦਰੋਂ ਸੁਣਾਈ ਦਿੱਤਾ ਤਾਂ ਉਸਨੇ ਅੱਗੋਂ ਆਪਣੇ ਸਿੱਖਾਂ ਨੂੰ ਉਸ ਦੇ ਜਾਪ ਲਈ ਪ੍ਰੇਰਿਆ। ਉੱਪਰ ਦਿੱਤੀ ਉਦਾਹਰਨ ਜੋ ਪੰਡਤ ਮੁੱਲਾ ਪਹਿਲਵਾਨ ਕਸਾਈ ਤੇ ਬਾਣੀਏ ਦੀ ਤਿੱਤਰ ਦੀ ਬੋਲੀ ਤੇ ਦਿੱਤੀ ਹੈ, ਬਿਲਕੁਲ ਉਸੇ ਤਰ੍ਹਾਂ ਹੀ ਅੰਦਰ ਪ੍ਰਾਣਾਂ ਦੇ ਵਿੱਚ ਬਸਣ ਵਾਲੇ ਸ਼ਬਦ ਦੀ ਮਨੋਤ ਹੈ। ਇਹ ਗੁਰਾਂ ਦਾ ਅਵਤਾਰਾਂ ਦਾ ਜਾਂ ਪੈਗੰਬਰਾਂ ਦਾ ਦਿੱਤਾ ਹੋਇਆ ਮੰਤਰ ਬਾਰੰਬਾਰ ਜਾਪ ਕਰਨ ਦੇ ਨਾਲ ਹਿਰਦੇ ਦੇ ਅੰਦਰ ਵਸ ਜਾਂਦਾ ਹੈ ਤੇ ਉਸ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਹਿਰਦੇ ਤਲਹੀਅਲ ਵਿੱਚ ਆਪ ਮੁਹਾਰੇ ਵੱਜਣ ਲੱਗ ਪੈਂਦਾ ਹੈ। ਨਾਮ ਜਿਨ ਕੇ ਮਨ ਵਸਿਆ ਬਾਝੇ ਸ਼ਬਦ ਕਨੇਰੇ। ਇਹੀ ਸ਼ਬਦ ਅਨਹਦ ਅਖਵਾਉਂਦਾ ਹੈ ਤੇ ਹੌਲੀ ਹੌਲੀ 5 ਸ਼ਬਦ ਦਾ ਰੂਪ ਧਾਰਨ ਕਰ ਲੈਂਦਾ ਹੈ। ਇਹਨਾਂ ਦਾ ਵਿਚਾਰ ਅੱਗੇ ਚੱਲ ਕੇ ਵਿਸਥਾਰ ਦੇ ਨਾਲ ਸੋਢੀ ਸਾਹਿਬ ਜੀ ਕਹਿੰਦੇ ਕਰਾਂਗੇ। ਸ਼ਬਦ ਦਾ ਆਖਰੀ ਅਰਥ ਆਵਾਜ਼ ਹੈ। ਕੋਈ ਆਵਾਜ਼ ਹੋਵੇ ਉਹ ਸ਼ਬਦ ਹੈ, ਪਰ ਜੋ ਸ਼ਬਦ ਪ੍ਰਾਣਾਂ ਦੇ ਵਿੱਚ ਵਸਦਾ ਹੈ ਉਹ ਇੱਕ ਅਲੌਕਿਕ ਇਲਾਹੀ ਨਾਦ ਹੈ ਤੇ ਉਸ ਦੀ ਸ਼ਕਤੀ ਨਾਲ ਹੀ ਸੰਸਾਰ ਹੋਂਦ ਦੇ ਵਿੱਚ ਆਇਆ। ਜਿਵੇਂ ਗੁਰਬਾਣੀ ਦੱਸਦੀ ਹੈ ਕੀਤਾ ਫਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ। ਮੁਸਲਮਾਨ ਵੀਰ ਵੀ ਕਹਿੰਦੇ ਹਨ ਕਿ ਅੱਲਾਹ ਤਾਲਾ ਨੇ ਕੁਨ ਕਿਹਾ ਤੇ ਜਹਾਨ ਬਣ ਗਿਆ। ਕੰਨ ਕੀ ਕਹਿਣੇ ਸੇ ਜੇ ਆਲਮ ਬਣਾ ਔਰ ਜਬ ਚਾਹੇ ਉਸੇ ਕਰ ਦੇ ਫਿਨਾਹ। ਇਹ ਪਵਿੱਤਰ ਸ਼ਬਦ ਨੂੰ ਪ੍ਰਤੱਖ ਕਰਨ ਦਾ ਤਰੀਕਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਪਜੀ ਸਾਹਿਬ ਦੀ ਅੰਤਲੀ ਪੌੜੀ ਦੇ ਵਿੱਚ ਦਰਸਾਇਆ ਹੈ। ਜਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਪਾਓ ਖਲਾ ਅਗਨ ਤਪ ਤਾਓ ਭਾਂਡਾ ਭਾਓ ਅੰਮ੍ਰਿਤ ਟਟਹਾਲ
घड़िया शब्द सची टकसाल, जिनको नदर करम तिनकार, नानक नदरी नदर निहाल। इसका मतलब है कि इंद्रियां नूं कंट्रोल संजम दे विच रखो ते इस कारखाने दे विच धीरज नूं सुरियारा बनावो। सियाणप तो अहरण दा काम लवो ते ज्ञान दा हथौड़ा करके तूकणी नूं अकाल पुरख दा डर बना के जप तप दी मेहनत दी अग्नि तुखाओ ते इस अग दे विच प्यार दी कुठाली रख के उस नाम नूं टालो। इस तरह इस शब्द नूं सच्ची टकसाल दे विच कढ़िया जांदा है, पर इस नूं ओही ही घड़ सकते हैं जिन्हां ते अकाल पुरख दी मिहर होवे। वो अपनी मिहर दी नज़र दे नाल निहाल कर दिंदा है। ये मिहर उन्हां ते हुंदी है जो उपर दसे तरीके दे नाल मेहनत करते हैं। जदों गुरु नानक देव जी नूं सिद्धां ने पुछया कि तुसां दा गुरु कौन है, ਤਾਂ ਉਹਨਾਂ ने शब्द ਨੂੰ ही अपना गुरु दस्या। सिद्धां ने प्रश्न किया, कवन मूल कवन मत बेला, तेरा कवन गुरु जिसका तू चेला। ਤੇ ਹਜੂਰ ਦਾ ਉੱਤਰ ਸੀ, ਪਵਨ ਆਰੰਭ ਸਤਿਗੁਰ ਮਤ ਬੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਸੋ ਸਾਡੇ ਸਾਰਿਆਂ ਦਾ ਗੁਰੂ ਸ਼ਬਦ ਹੀ ਹੈ, ਜਿਸ ਨੂੰ ਅਸਾਂ ਸ਼ਬਦ ਨਾਲ ਹੀ ਆਪਣੇ ਅੰਦਰੋਂ ਪ੍ਰਗਟ ਕਰਨਾ ਹੈ। ਜਦ ਅਸੀਂ ਵਾਰ-ਵਾਰ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦੇ ਹਾਂ ਤਾਂ ਪ੍ਰਾਣਾਂ 'ਚੋਂ ਇਹ ਸ਼ਬਦ ਪ੍ਰਗਟ ਹੁੰਦਾ ਹੈ ਅਤੇ ਸੁਣਨ ਲੱਗ ਜਾਂਦਾ ਹੈ। ਸ਼ਬਦੋ ਸ਼ਬਦ ਭਇਆ ਪ੍ਰਗਾਸਾ। ਇੰਨੀਆਂ ਬੇਨਤੀਆਂ ਪ੍ਰਵਾਨ ਜੀ। ਬਾਕੀ ਸੋਢੀ ਹਰਭਜਨ ਸਿੰਘ ਜੀ ਦੀਆਂ ਹੋਰ ਵੀਡੀਓਜ਼ ਵੀ ਲੈ ਕੇ ਆਵਾਂਗੇ, ਜੋ ਉਹਨਾਂ ਨੇ ਆਪਣੀ ਪੁਸਤਕ ਭਜਨ ਬੰਦਗੀ ਦੇ ਪ੍ਰਤਾਪ ਦੇ ਵਿੱਚ ਆਪਣੇ ਵਚਨ ਅੰਕਿਤ ਕੀਤੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।